ਲੱਖ ਗੁਰ ਅੰਤ ਸਮਾ ਗੁਰਦਾਸਾ। ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਅੰਤਰਜਾਮੀ ਸਤਿਗੁਰੂ ਭਾਈ ਗੁਰਦਾਸ ਸਾਹਿਬ ਜੀ ਦਾ ਅੰਤਲਾ ਸਮਾਂ ਜਾਣ ਕਰਕੇ ਚੜ੍ਹ ਪਏ ਹੈ ਮੰਗਵਾਇਸ ਪਾਸਾ। ਸਤਿਗੁਰੂ ਜੀ ਨੇ ਸਵਾਰੀ ਕਰਨ ਵਾਸਤੇ ਆਪਣਾ ਘੋੜਾ ਮੰਗਵਾਇਆ ਹੈ। ਗੋਇੰਦਵਾਲਪੁਰੇ ਕਉ ਚੱਲੈ। ਗਰੀਬ ਨਿਵਾਸ ਸਤਿਗੁਰੂ ਭਾਈ ਹੇਮੇ ਦੇ ਅਸਥਾਨ ਛਾਪੜੀ ਸਾਹਿਬ ਜੀ ਦੇ ਅਸਥਾਨ ਤੋਂ ਗੋਇੰਦਵਾਲ ਸਾਹਿਬ ਵੱਲ ਚਾਲੇ ਪਾਏ ਹਨ। ਸਕਲ ਕੁਟੰਬ ਜਿਨ੍ਹਾਂ ਕੇ ਨਾਲੇ। ਜਿਨ੍ਹਾਂ ਸਤਿਗੁਰਾਂ ਦੇ ਨਾਲ ਸਾਰਾ ਪਰਿਵਾਰ ਵੀ ਹੈ। ਚਤੁਰ ਘਟੇ ਦਿਨ ਪਹੁੰਚੇ ਜਾਏ। ਤੇ 4 ਕੀ ਘੜੀਆਂ ਦਿਨ ਚਲਦਿਆਂ ਹੋਇਆਂ ਪਹੁੰਚਣਾ ਕੀਤਾ। ਟਿਕ ਬਾਪੀ ਕੇ ਸਿਵਰ ਲਗਾਏ। ਗੁਰੂ ਕੇ ਪਾਵਨ ਅਸਥਾਨ ਬੌਲੀ ਸਾਹਿਬ ਦੇ ਪਾਸ ਜਾ ਕਰਕੇ ਡੇਰਾ ਕੀਤਾ। ਕਰ ਮੱਜਨ ਕੋ ਗਏ ਚੁਬਾਰੇ। ਇਸ਼ਨਾਨ ਪਾਨ ਕਰਕੇ ਫਿਰ ਚੁਬਾਰਾ ਸਾਹਿਬ ਜਾਣਾ ਕੀਤਾ। ਸਰਬ ਸਥਾਨ ਬੰਦਨਾ ਧਾਰੇ। ਗੁਰੂ ਕੇ ਸਾਰੇ ਅਸਥਾਨਾਂ ਤੇ ਨਮਸਕਾਰ ਕਰਨਾ ਕੀਤੇ। ਪੁਨ ਗੁਰ ਡੇਰੇ ਵਿਖੇ ਸਦਾਏ। ਫਿਰ ਗਰੀਬ ਨਿਵਾਸ ਸਤਿਗੁਰੂ ਡੇਰੇ ਵਿੱਚ ਚਲੇ ਗਏ। ਸੁੰਦਰ ਅੰਸ਼ ਦੇ ਬਾਬਾ ਸੁੰਦਰ ਜੀ ਬਾਬਾ ਪਰਮਾਨੰਦ ਜੀ ਆਏ ਹਨ। ਕਰ ਬੰਦਨ ਕੋ ਬੈਠੇ ਤੀਰਾ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਪਾਸ ਬੈਠੇ ਹਨ। ਕੁਸਲ ਪ੍ਰਸੰਨ ਤਬ ਕਹੇ ਸਰੀਰਾ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਸੁਖ ਸ਼ਾਂਤ ਪੁੱਛਣਾ ਕੀਤੀ ਹੈ। ਬਾਬਾ ਸੁੰਦਰ ਜੀ ਤੇ ਬਾਬਾ ਪਰਮਾਨੰਦ ਜੀ ਨੇ ਹੱਥ ਜੋੜ ਕਰਕੇ ਕਿਹਾ, ਕਹਿਣ ਲੱਗੇ ਪਾਤਸ਼ਾਹ ਤੁਹਾਡੀ ਰਹਿਮਤ ਦੇ ਨਾਲ ਹਰ ਪ੍ਰਕਾਰ ਦੇ ਨਾਲ ਸੁਖ ਸ਼ਾਂਤ ਹੈ। ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਦੇ ਘਰ ਦੀਆਂ ਬਖਸ਼ਿਸ਼ਾਂ ਹਨ। ਭੋਜਨ ਅੱਜ ਕੀਨਸ ਬਿਸਰਾਮ। ਇਸ ਅਸਥਾਨ ਤੇ ਭੋਜਨ ਛਕ ਕਰਕੇ ਵਿਸਰਾਮ ਕੀਤਾ। ਜਾਗੇ ਰਹੇ ਡੇਢ ਨਿਸ ਜਮ। ਪਿਛਲੇ ਰਾਤਰੀ ਦੇ ਸਮੇਂ ਵਿਸਰਾਮ ਤੋਂ ਉੱਠੇ ਹਨ। ਤਬ ਗੁਰਦਾਸ ਜੋਰ ਕਰ ਕਹਿਓ। ਇਸ ਸਮੇਂ ਭਾਈ ਗੁਰਦਾਸ ਸਾਹਿਬ ਜੀ ਨੇ ਹੱਥ ਜੋੜ ਕੇ ਕਹਿਣਾ ਕੀਤਾ, ਪ੍ਰਾਣੀ ਅੰਤ ਮੇ ਆਪਣਾ ਲਾਹਿਓ। ਇਹ ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਇਸ ਸਮੇਂ ਮੈਂ ਆਪਣੇ ਪ੍ਰਾਣਾਂ ਦਾ ਅੰਤ ਜਾਣਿਆ ਕਿ ਪ੍ਰਾਣਾਂ ਦਾ ਅੰਤ ਹੋ ਚੱਲਿਆ। ਇਹ ਮਾਲਕ ਦੇ ਪਿਆਰਿਆਂ ਨੂੰ ਸੂਝ ਹੋ ਜਾਂਦੀ ਹੈ। ਜਿਹਨੂੰ ਅਸੀਂ ਕਈ ਵਾਰੀ ਦਾਨੇ ਪੁਰਖਾਂ ਲਈ ਇਹ ਸ਼ਬਦ ਵਰਤਦੇ ਨਾ, ਇਹ ਜਿਹੜਾ ਭਾਣਾ ਵਰਤਿਆ ਜੀ, ਇਹ ਜੀਵ ਇਸ ਤਰ੍ਹਾਂ ਕਹਿੰਦਾ ਸੀ, ਇਸ ਤਰ੍ਹਾਂ ਬੋਲਦਾ ਸੀ, ਜਾਂ ਇਸ ਤਰ੍ਹਾਂ ਦਾ ਵਰਤਾਅ ਕਰਦਾ ਹੁੰਦਾ ਸੀ। ਅਸੀਂ ਕਹਿੰਦੇ ਹੁੰਦੇ ਵੀ ਬੰਦੇ ਨੂੰ ਸੁੱਝ ਜਾਂਦੀ ਹੈ। ਇਹ ਸ਼ਬਦ ਅਸੀਂ ਆਮ ਬੰਦੇ ਲਈ ਵਰਤਦੇ ਹੁੰਦੇ। ਤੇ ਜਿਹੜੇ ਮਾਲਕ ਦੇ ਪਿਆਰੇ ਨੇ, ਰੱਬ ਰੰਗੀਆਂ ਰੂਹਾਂ ਨੇ, ਉਹਨਾਂ ਨੂੰ ਇੱਕ ਇੱਕ ਸਵਾਸ ਦੇ ਬਾਰੇ ਪਤਾ ਹੈ ਵੀ ਇੰਨੇ ਕਿ ਸਵਾਸ ਬਾਕੀ ਰਹਿ ਗਏ। ਉਹਨਾਂ ਨੂੰ ਇਹਨਾਂ ਘੜੀਆਂ ਦੇ ਬਾਬਤ ਪਤਾ ਹੈ। ਤੇ ਅੰਤਰਜਾਮੀ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਤੇ ਭਾਈ ਹੇਮੇ ਦੇ ਅਸਥਾਨ ਤੋਂ ਚੱਲੇ ਇਸ ਵਾਸਤੇ ਜਲਦੀ ਨਾਲ ਸੀ ਗੋਇੰਦਵਾਲ ਨੂੰ ਵੀ ਭਾਈ ਗੁਰਦਾਸ ਸਾਹਿਬ ਜੀ ਦਾ ਅੰਤਲਾ ਸਮਾਂ ਜਿਹੜੇ ਉਹ ਨੇੜੇ ਆ ਗਿਆ। ਰਾਤ ਵਿਸ਼ਰਾਮ ਕਰਕੇ ਉੱਠੇ ਨੇ, ਸਵੇਰੇ ਗੁਰੂ ਜਪ ਰਹੇ ਨੇ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਸ ਸਤਿਗੁਰੂ ਮੇਰਾ ਅੰਤਲਾ ਸਮਾਂ ਨੇੜੇ ਪਹੁੰਚ ਗਿਆ। ਇਹ ਉਹ ਭਾਈ ਗੁਰਦਾਸ ਸਾਹਿਬ ਗੁਰੂ ਘਰ ਦੇ ਵੇਦ ਵਿਆਸ, ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਕੁਲ ਦੇ ਵਿੱਚੋਂ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਇਹਨਾਂ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰਹਿ ਕਰਕੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ, ਰਹਿਮਤ ਕਰਕੇ ਰਾਮਸਰ ਸਾਹਿਬ ਵਾਲੇ ਅਸਥਾਨ ਤੇ ਤਿੰਨਾਂ ਨੂੰ ਲਿਖਾਰੀ ਲਾ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਜਿਹੜੀ ਸੀ ਇਹਨਾਂ ਦੇ ਕੋਲੋਂ ਅੰਕਿਤ ਕਰਵਾਈ, ਪਾਵਨ ਗ੍ਰੰਥ ਦੀ ਸੰਪਾਦਨਾ ਕਰਾਈ। ਉਹ ਭਾਈ ਗੁਰਦਾਸ ਸਾਹਿਬ ਜਿਨ੍ਹਾਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦੂਰ ਦੁਰਾਡੇ ਜਾ ਕਰਕੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਅਤੇ ਇਹਨਾਂ ਦੀ ਪਾਵਨ ਬਾਣੀ ਹੈ 40 ਵਾਰਾਂ ਤੇ ਕੁਝ ਕਵਿਤ ਤੇ ਸਵਈਏ ਛੰਦ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ
ਬਾਣੀ ਦੀ ਕੁੰਜੀ ਕਰਕੇ ਮਹਾਨ ਬਖਸ਼ਿਸ਼ ਦਿੱਤੀ। ਸਿੱਖੀ ਦਾ ਮਹਾਨ ਰਹਿਤਨਾਮਾ ਕਹੀਏ, ਸਿੱਖੀ ਦੀ ਮਹਾਨ ਮਰਿਆਦਾ ਆਖੀਏ, ਸਿੱਖੀ ਦਾ ਬੜਾ ਵਿਸਥਾਰ, ਸਿੱਖੀ ਦੇ ਬਾਬਤ ਮਹਾਨ ਸੂਝ ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਵਾਰਾਂ ਕਵਿਤ ਸਵਾਈਆਂ ਦੇ ਅੰਦਰ ਬਚਨ ਰੱਖੇ ਨੇ। ਭਾਈ ਗੁਰਦਾਸ ਸਾਹਿਬ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚੋਂ ਬੜੀਆਂ ਪਿਆਰੀਆਂ ਇਸ ਤਰ੍ਹਾਂ ਦਾਤਾਂ ਬਖਸ਼ਿਸ਼ਾਂ ਮਿਲੀਆਂ, ਅੱਜ ਉਹ ਭਾਈ ਗੁਰਦਾਸ ਸਾਹਿਬ ਜੀ ਮਹਾਨ ਬਖਸ਼ਿਸ਼ਾਂ ਸੇਵਾਵਾਂ ਨਿਭਾਉਂਦਿਆਂ ਅੱਜ ਜਦੋਂ ਪੰਜ ਭੂਤਕ ਚੋਲਾ ਤਿਆਗਣ ਦਾ ਸਮਾਂ ਆਇਆ ਤੇ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਮੈਂ ਆਪਣੇ ਪ੍ਰਾਣਾਂ ਦਾ ਅੰਤ ਜਾਣਿਆ ਹੈ। ਸੁਨ ਕਰ ਗਵਨੇ ਲੈ ਨਿਜ ਸਾਥਾ। ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਦੇ ਬਚਨ ਸੁਣੇ, ਤਿਨਾਂ ਨੂੰ ਨਾਲ ਲੈ ਕਰਕੇ ਉੱਠੇ ਹਨ। ਸੁੰਦਰ ਪਰਮਾਨੰਦ ਗੁਰਨਾਥਾ। ਤੇ ਨਾਲ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਹਨ। ਕਰਕੇ ਸੋਜ ਇਸ਼ਨਾਨ ਕਰੰਤੇ। ਗਰੀਬ ਨਿਵਾਸ ਸਤਿਗੁਰੂ ਜੀ, ਭਾਈ ਗੁਰਦਾਸ ਸਾਹਿਬ ਜੀ, ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਇਹਨਾਂ ਨੇ ਇਸ਼ਨਾਨ ਬੈਠੇ ਵਾਰਸ ਅਨੰਤੇ। ਇਸ਼ਨਾਨ ਪਾਨ ਕਰਨ ਤੋਂ ਕਾ ਸੁੰਦਰ ਦੀਵਾਨ ਸਜਿਆ, ਆਸਾ ਕੀ ਵਾਰ ਦਾ ਅੰਮ੍ਰਿਤਮਈ ਕੀਰਤਨ ਸੁਣਿਆ। ਗੁਰੂ ਕੇ ਰਬਾਬੀ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ ਸਨ। ਸਤਿਗੁਰੂ ਜੀ ਸਾਹਿਬ ਜੀ ਨੇ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸੁਣਨਾ ਕੀਤਾ। ਬਿਨਤੀ ਪੁਨ ਗੁਰਦਾਸ ਸੁਨਾਏ। ਤੇ ਫਿਰ ਜਦੋਂ ਆਸਾ ਕੀ ਵਾਰ ਦੀ ਸਮਾਪਤੀ ਹੋਈ ਤੇ ਭਾਈ ਗੁਰਦਾਸ ਜੀ ਨੇ ਬੇਨਤੀ ਕਰਨਾ ਕੀਤੀ, ਪ੍ਰਾਣ ਦੇ ਅੰਤ ਮੈਂ ਬਿਲ ਮਨ ਕਾਏ। ਸੱਚੇ ਪਾਤਸ਼ਾਹ ਮਹਾਰਾਜ ਹੁਣ ਇਹਨਾਂ ਪ੍ਰਾਣਾਂ ਦੇ ਅੰਤ ਦੇ ਵਿੱਚ ਦੇਰੀ ਨਹੀਂ ਹੈ। ਡਾਰੋ ਭਸਮ ਵਿਪਾਸਾ ਮਾਹੇ। ਕਿਰਪਾ ਕਰਿਓ, ਰਹਿਮਤ ਕਰਿਓ ਸੱਚੇ ਪਾਤਸ਼ਾਹ ਮਹਾਰਾਜ, ਇਹ ਤਨ ਦਾ ਸੰਸਕਾਰ ਕਰਕੇ ਨਾ ਸਾਰੀ ਦੀ ਸਾਰੀ ਭਸਮ ਜਿਹੜੀ ਹੈ ਬਿਆਸਾ ਦੇ ਵਿੱਚ ਬਹਾ ਦੇਣਾ ਕਰਿਓ। ਮੇਰੀ ਮੜੀ ਕੀਜੀਐ ਨਾਹੀ। ਤੇ ਪਾਤਸ਼ਾਹ ਮੇਰੀ ਮੜੀ ਨਾ ਕਰਨਾ ਕਰਿਓ। ਸੱਚੇ ਪਾਤਸ਼ਾਹ ਮਹਾਰਾਜ ਸਾਰੀ ਦੀ ਸਾਰੀ ਜਿਹੜੀ ਰਾਖ ਹੈ ਨਾ ਸਰੀਰ ਦੀ, ਉਹ ਬਿਆਸਾ ਦੇ ਵਿੱਚ ਬਹਾ ਦਿਓ। ਇਹ ਗੁਰੂ ਘਰ ਦੀ ਮਰਿਆਦਾ ਹੈ ਜੀ। ਪੁਰਾਤਨ ਗੁਰਸਿੱਖ ਇਸੇ ਤਰ੍ਹਾਂ ਕਰਦੇ ਹੁੰਦੇ ਸਨ। ਸਰੀਰ ਦਾ ਸੰਸਕਾਰ ਕਰਨ ਤੋਂ ਬਾਅਦ ਜਦੋਂ ਰਾਖ ਠੰਡੀ ਹੋ ਜਾਣੀ ਤੇ ਉਹ ਸਾਰੀ ਦੀ ਸਾਰੀ ਰਾਖ ਅਸਥੀਆਂ ਦੇ ਸਮੇਤ ਉਹ ਪਾਸ ਵਗਦੇ ਹੋਏ ਜਲ ਦੇ ਵਿੱਚ ਬਹਾ ਦਿੰਦੇ ਸਨ ਤੇ ਕੋਈ ਭਰਮ ਨਹੀਂ ਸੀ ਕਰਦੇ। ਜੇ ਕਿਤੇ ਆਸ-ਪਾਸ ਜਲ ਨਾ ਹੋਵੇ ਤੇ ਫਿਰ ਡੂੰਘਾ ਟੋਆ ਪੱਟ ਕਰਕੇ ਉਹਦੇ ਵਿੱਚ ਦੱਬ ਦਿੰਦੇ ਹੁੰਦੇ ਸੀ। ਅੱਜ ਵੀ ਰਹਿਤਨਾਮਿਆਂ ਦੇ ਅੰਦਰ ਇਹ ਸਿੱਖ ਨੂੰ ਹਦਾਇਤ ਹੈ ਕਿ ਸਾਰੀ ਦੀ ਸਾਰੀ ਭਸਮ ਜਿਹੜੀ ਉਹ ਜਲ ਦੇ ਵਿੱਚ ਬਹਾ ਦੇਣੀ ਚਾਹੀਦੀ ਹੈ ਜਾਂ ਟੋਆ ਪੁੱਟ ਕੇ ਉਹਦੇ ਵਿੱਚ ਦੱਬ ਦੇਣੀ ਚਾਹੀਦੀ ਹੈ। ਅੱਜ ਅਸੀਂ ਭਸਮ ਵੱਖਰੀ ਕਰਕੇ ਬਹਾਉਂਦੇ ਹਾਂ ਤੇ ਵਿੱਚੋਂ ਅਸਥੀਆਂ ਚੁਗ ਲੈਂਦੇ। ਉਹ ਅਸਥੀਆਂ ਚੁਗ ਕਰਕੇ ਕੋਈ ਕੀਰਤਪੁਰ ਸਾਹਿਬ ਜਾ ਕੇ, ਕੋਈ ਆਪਣੇ ਪਾਸ ਇੱਥੇ ਗੋਇੰਦਵਾਲ ਸਾਹਿਬ, ਇਹਨਾਂ ਅਸਥਾਨਾਂ ਤੇ ਜਾ ਕਰਕੇ ਵੀ ਬਹਾਉਂਦੇ ਨੇ। ਪੁਰਾਤਨ ਸਮੇਂ ਅੰਦਰ ਲੋਕ ਜਾ ਕਰਕੇ ਹਰਿਦੁਆਰ ਤੱਕ ਵੀ ਵਾਹਿਗੁਰੂ ਅਸਥੀਆਂ ਜਿਹੜੀਆਂ ਸਨ ਇਹ ਬਹਾ ਕੇ ਆਉਂਦੇ ਹੁੰਦੇ ਸਨ, ਤਾਰ ਕੇ ਆਉਂਦੇ ਹੁੰਦੇ ਸਨ। ਪਿਆਰਿਓ, ਉਹ ਇੱਕ ਸਰੀਰ ਨੂੰ, ਇਸ ਰਾਖ ਨੂੰ ਸੰਭਾਲਣ ਦੀ ਇੱਕ ਕਿਰਿਆ ਹੈ। ਭਾਵੇਂ ਸਮੁੱਚੀ ਰਾਖ ਇਕੱਠੀ ਕਰਕੇ ਉਹ ਬਹਾ ਦਈਏ, ਭਾਵੇਂ ਵਿੱਚੋਂ ਅਸਥੀਆਂ ਚੁੱਕ ਕਰਕੇ ਅਸੀਂ ਬਹਾ ਦਿੱਤੇ, ਭਸਮ ਵੱਖਰੀ ਤੇ ਜਾਂ ਉਹ ਅਸਥ ਜਿਹੜੇ ਵੱਖਰੇ, ਪਰ ਇਹਦੇ ਨਾਲ ਕਦੀ ਇਹ ਖਿਆਲ ਨਾ, ਕੋਈ ਭਰਮ ਨਾ ਕਿਤੇ ਪੈਦਾ ਕਰ ਲਈਏ ਵੀ ਖਾਸ ਅਸਥਾਨ ਤੇ ਜਾ ਕੇ ਕੋਈ ਅਸਥੀਆਂ ਜਿਹੜੀਆਂ ਨੇ ਜਲ ਪ੍ਰਵਾਹ ਕੀਤੀਆਂ ਜਾਣ ਤੇ ਤਾਂ ਜੀਵ ਦਾ ਕੋਈ ਉਧਾਰ, ਕੋਈ ਜੀਵ ਦੀ ਮੁਕਤੀ, ਕਲਿਆਣ ਹੁੰਦੀ ਹੈ। ਨਹੀਂ, ਇਹਦੇ ਨਾਲ ਮੁਕਤੀ ਦਾ ਸੰਬੰਧ ਨਹੀਂ ਹੈ। ਇੱਕ ਸਰੀਰ ਨੂੰ ਸੰਭਾਲਣ ਦੀ ਕਿਰਿਆ ਹੈ। ਮਾਲਕ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਕਿ ਫਿਰ ਉਹ ਜਿਹੜੀ ਮਿੱਟੀ ਹੈ ਨਾ ਜੀ, ਉਹਦੇ ਬਾਬਤ ਸਾਨੂੰ ਸਮਝ ਆਏ ਕਿ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇਹ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀਖੇ। ਇਹ ਤੇ ਸਰੀਰ ਸਾਰਾ ਦਾ ਸਾਰਾ ਜਿਹੜਾ ਹੈ ਹੀ ਪੰਜਾਂ ਤੱਤਾਂ ਰੂਪੀ ਖੇ ਦਾ, ਮਿੱਟੀ ਦਾ ਮਾਲਕ ਨੇ ਬਣਾ ਕਰਕੇ ਇੱਕ ਪੁੜੀ ਬੰਨੀ ਹੋਈ ਹੈ।
ਇਹਦੇ ਦੁਆਲੇ ਜਿਹੜਾ ਕਾਗਜ਼ ਚਾੜਿਆ ਹੋਇਆ ਇਹ ਚਮੜਾ, ਇਹ ਮਾਸ, ਇਹਦੀ ਪੁੜੀ ਬੰਨ੍ਹ ਕੇ ਦਿੱਤੀ ਹੋਈ ਹੈ ਮਾਲਕ ਨੇ। ਤੇ ਜਿਹੜੀ ਹੈ ਹੀ ਖੀ ਹੈ, ਪੁੜੀ ਬੰਨੀ ਹੋਈ ਹੈ, ਤੇ ਇਹਨੂੰ ਅੱਜ ਦੇਖ ਲਈਏ, ਕੱਲ ਦਿਖ ਜਾਏ, ਪਰਸੋਂ ਦਿਖ ਜਾਏ, 4 ਦਿਨ ਬਾਅਦ ਦਿਖ ਜਾਏ, ਤੇ ਅੰਤ ਨੂੰ ਇਸ ਪੁੜੀ ਦੇ ਵਿੱਚੋਂ ਨਿਕਲਣਾ ਕੀ ਹੈ ਜੀ? ਅੰਤ ਖੇ ਕੀ ਖੇ। ਪਰ ਅਸੀਂ ਉਸ ਖੇ ਦੇ ਨਾਲ ਫਿਰ ਬੜੇ ਤਰ੍ਹਾਂ ਦੇ ਖਿਲਵਾੜ ਕਰਦੇ। ਸਾਡੇ ਵਹਿਮ ਤੇ ਭਰਮ ਉਹਦੇ ਨਾਲ ਜੁੜੇ ਹੋਏ ਨੇ ਵੀ ਇਸ ਢੰਗ ਨਾਲ ਸਹਿਤ ਜੀਵ ਦੀ ਕਲਿਆਣ, ਇਸ ਢੰਗ ਦੇ ਨਾਲ ਜੀਵ ਦੀ ਕਲਿਆਣ। ਇੱਥੋਂ ਤੱਕ ਪਿਆਰਿਓ ਇਹਨਾਂ ਅਸਤੀਆਂ ਦੇ ਬਾਬਤ ਅਸੀਂ ਲੈ ਕੇ ਤੁਰ ਪਏ ਵੀ ਹੁਣ ਉਹਨਾਂ ਅਸਤੀਆਂ ਨੂੰ ਜੇਕਰ ਅਸੀਂ ਦੇਖਿਆ ਵੀ ਸਾਡੇ ਕੋਲ ਸਮਾਂ ਨਹੀਂ ਆ ਅੱਜ ਬਹਾਉਣ ਦਾ, ਅੱਜ ਕਿਤੇ ਫੁੱਲ ਤਾਰਨ ਦਾ, ਅਸੀਂ ਉਹਨਾਂ ਅਸਤੀਆਂ ਨੂੰ ਲਿਆ ਕੇ ਤੇ ਘਰ ਦੇ ਵਿੱਚ ਰੱਖ ਲਿਆ। ਤੇ ਘਰ ਦੇ ਵਿੱਚ ਰੱਖ ਕਰਕੇ ਫਿਰ ਉਹਨੂੰ ਰੱਖਿਆ ਕਿੱਥੇ? ਜਿੱਥੇ ਅਸੀਂ ਸਹਿਜ ਪਾਠ ਜਾਂ ਅਸੀਂ ਅਖੰਡ ਪਾਠ ਆਰੰਭ ਕੀਤਾ, ਉਹ ਪਲੰਘੇ ਦੇ ਹੇਠਾਂ ਅਸੀਂ ਰੱਖ ਦਿੱਤਾ। ਤੇ ਅੰਦਰ ਮਨੌਤ ਸਾਡੀ ਕੀ ਹੈ? ਅਸੀਂ ਇੱਧਰ ਉੱਧਰ ਭੱਜੇ ਫਿਰੀਏ, ਅਸੀਂ ਘਰ ਵਿੱਚ ਬੈਠੀਏ ਨਾ ਬੈਠੀਏ, ਗੁਰੂ ਕੋਲ ਬੈਠੀਏ ਨਾ ਬੈਠੀਏ, ਬਾਣੀ ਸੁਣੀਏ ਨਾ ਸੁਣੀਏ। ਹੁਣ ਉਹ ਅਸਤੀਆਂ ਜਿਹੜੀਆਂ ਬਾਪੂ ਦੀਆਂ ਜਾਂ ਬੇਬੇ ਦੀਆਂ, ਉਹ ਬਾਣੀ ਸੁਣਨਗੀ। ਪਿਆਰਿਓ, ਜਿਸ ਬਾਪੂ ਤੇ ਬੇਬੇ ਨੇ ਸਾਰੀ ਜ਼ਿੰਦਗੀ ਬਾਣੀ ਨਹੀਂ ਸੁਣੀ ਸਰੀਰ ਦੇ ਹੁੰਦਿਆਂ, ਸਹੀ ਸਲਾਮਤ ਜਦੋਂ ਸਰੀਰ ਮਾਲਕ ਨੇ ਦਿੱਤਾ ਸੀ, ਅੱਜ ਜਦੋਂ ਉਹ ਰਾਖ ਦੀ ਪੋਟਲੀ ਬਣ ਗਈ ਤੇ ਹੁਣ ਅਸੀਂ ਉਹਨੂੰ ਕਹਿੰਦੇ ਵੀ ਹੁਣ ਬਾਣੀ ਸੁਣ ਲਿਆ। ਹੁਣ ਕਿੱਥੇ ਉਹ ਬਾਣੀ ਸੁਣੀ? ਬਾਣੀ ਉਸ ਸਮੇਂ ਸਾਡੇ ਵਾਸਤੇ ਆ। ਤੇ ਜਦੋਂ ਮਾਲਕ ਲਈ ਅਰਦਾਸ ਆਪਣੇ ਮਾਲਕ ਦੇ ਚਰਨਾਂ ਵਿੱਚ ਕਰਦੇ ਆ ਆਪਣੇ ਪਿਆਰੇ ਲਈ, ਤੇ ਪਿਆਰਿਓ ਉਹ ਅਰਦਾਸ, ਉਹ ਭਾਵਨਾ ਲੋਕ ਪਰਲੋਕ ਦੇ ਵਿੱਚ ਸਹਾਇਕ ਬਣਦੀ ਹੈ, ਨਾ ਕਿ ਕਿਤੇ ਇਹੋ ਜਿਹੇ ਵਹਿਮ ਤੇ ਭਰਮ ਪਾਲ ਕੇ। ਵਹਿਮ ਤੇ ਭਰਮ ਨਹੀਂ ਕਰਨੇ ਚਾਹੀਦੇ। ਆ ਪਿਛਲੇ ਦਿਨੀ ਸਾਡੇ ਪਰਿਵਾਰ ਦੇ ਵਿੱਚੋਂ ਹੀ ਜੀਵ ਕੋਈ ਚੱਲ ਵਸਿਆ, ਤੇ ਉਹ ਅਸਤੀਆਂ ਬਹਾਉਣ ਵਾਸਤੇ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਰਿਆਓ ਦੇ ਪੁਲ ਤੋਂ ਜਾ ਕਰਕੇ ਅਸਤੀਆਂ ਬਹਾਈਆਂ, ਤੇ ਪਾਸ ਤੋਂ ਇੱਕ ਨੌਜਵਾਨ ਜਿਹਦਾ ਚੜ੍ਹਾਈ ਕਰਨ ਵਾਲਾ ਜੀਵ ਜਿਹੜਾ ਰਿਸ਼ਤੇ ਦੇ ਵਿੱਚੋਂ ਚਾਚਾ ਲੱਗਦਾ ਸੀ, ਤੇ ਜਦੋਂ ਅਸਤੀਆਂ ਬਹਾਈਆਂ ਨਾ ਜੀ, ਤੇ ਅਸਤੀਆਂ ਬਹਾਉ ਵਾਹਿਗੁਰੂ ਬਹਾਉਂਦਿਆਂ ਹੋਇਆਂ ਨਾ, ਉਹ ਨਾਲ ਮੁੱਖ ਤੋਂ ਆਪਣੇ ਮੂੰਹ ਤੋਂ ਬੋਲਦਾ, ਕਹਿੰਦਾ ਚੰਗਾ ਚਾਚਾ ਹੁਣ ਅਸੀਂ ਚੱਲੇ। ਕਮਾਲ ਹੋ ਗਈ ਹੈ। ਚਾਚੇ ਨੂੰ ਉੱਤੋਂ ਪੁਲ ਦੇ ਉੱਪਰੋਂ ਪਿਆਰਿਓ ਤੋਂ ਮੂੰਹ ਦੇ ਮੂੰਹ ਮਾਰਿਆ ਚੁੱਕ ਕੇ, ਵੀ ਚਾਚਾ ਹੁਣ ਮੂੰਹ ਦੇ ਮੂੰਹ ਪਾਣੀ ਵਿੱਚ ਡਿੱਗੇ। ਕਮਾਲ ਹੋ ਗਈ ਹੈ। ਅਜੇ ਵੀ ਕਹਿੰਦੇ ਚਾਚਾ ਚੰਗਾ ਫਿਰ ਅਸੀਂ ਚੱਲੇ। ਹੁਣ ਚਾਚੇ ਦੀ ਪਿਆਰਿਓ ਇਹ ਥਾਂ ਰਹਿ ਗਈ ਆ ਵੀ ਹੁਣ ਦਰਿਆ ਦੇ ਵਿੱਚ ਉਹਨੂੰ ਬਹਾਉਣਾ ਤੁਸੀਂ। ਰਸਤੇ ਵਿੱਚ ਜਾਂਦਿਆਂ ਵੀ ਦੇਖਿਆ, ਕਮਾਲ ਹੋ ਗਈ ਹੈ ਪਿਆਰੇ। ਇਹੋ ਜਿਹੇ ਸਮੇਂ ਕਿਤੇ ਸਾਡੇ ਕੋਲੋਂ ਕਹਿਣ ਦਾ ਬਹੁਤਾ ਯਾਦ ਨਹੀਂ ਪੈਂਦਾ ਵੀ ਇਹ ਸਮਾਂ ਐਸਾ ਬੜਾ ਨਾਜ਼ੁਕ ਜਿਹਾ ਹੁੰਦਾ ਵੀ ਹਿਰਦੇ ਕਈਆਂ ਦੇ ਦੁੱਖ ਜਾਂਦੇ ਨੇ ਵੀ ਦੇਖੋ ਗਿਆਨੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ। ਬੜਾ ਔਖਾ ਹੁੰਦਾ ਉਸ ਸਮੇਂ ਕਹਿਣਾ। ਰਸਤੇ ਵਿੱਚ ਕਹਿਣਗੇ ਜੀ ਚਾਹ ਪੀਣੀ ਹੈ, ਤੇ ਚਾਹ ਪੀਣ ਵਾਸਤੇ ਇੱਕ ਗਲਾਸੀ ਵੱਖਰੀ ਰੱਖੀ ਜਾਂਦੀ। ਉਹ ਗਲਾਸੀ ਜਿਹੜੀ ਕਿਸੇ ਨੇ ਨਹੀਂ ਪੀਣੀ, ਉਹ ਗਲਾਸੀ ਇੱਕ ਪਾਸੇ ਰੱਖੀ ਹੋਈ। ਉਹ ਗਲਾਸੀ ਕੇਵਲ ਰੱਖੀ ਤਾਂ ਕਿ ਨਹੀਂ, ਜਦੋਂ ਬਾਅਦ ਵਿੱਚ ਉੱਠਣ ਲੱਗੇ ਤੇ ਮੈਂ ਉਹ ਹੋਟਲ ਵਾਲਿਆਂ ਨੂੰ ਕਹਿ ਬੈਠਾ, ਮੈਂ ਕਿਹਾ ਭਾਈ ਤੁਸੀਂ ਛਕ ਲਓ, ਕੋਈ ਗੱਲ ਨਹੀਂ, ਵਹਿਮ ਭਰਮ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਵੀ ਨਾ ਵੀ ਨਾ, ਇਹ ਇਹਨਾਂ ਦੇ ਬਾਪੂ ਦੀ ਹੋਣੀ, ਅਸੀਂ ਕਿਉਂ ਪੀਏ। ਕਮਾਲ ਹੋ ਗਈ। ਉਹ ਵਿਚਾਰੇ ਉੱਠ ਕੇ ਬਾਹਰ ਤੁਰ ਪਏ, ਤੇ ਬਾਹਰ ਤੁਰਨ ਲੱਗਿਆ ਨਾ ਜੀ, ਗੱਡੀ ਵਿੱਚ ਸਾਰੇ ਬਹਿ ਗਏ, ਗੱਡੀ ਤੋਰ ਲਈ। 2 ਮਿੰਟ ਬਾਅਦ ਤੋਰ ਕੇ ਗੱਡੀ ਫਿਰ ਰੋਕ ਲਈ। ਮੈਂ ਕਿਹਾ ਵੀ ਹੁਣ ਕੀ ਹੋਇਆ? ਤੇ ਨਾਲ ਦੀ ਇੱਕ ਬੀਬੀ ਕਹਿੰਦੀ ਹੈ, ਕਹਿੰਦੀ ਵੇ ਫਲਾਣਿਆ, ਨਾਂ ਲੈ ਕੇ ਉਹ ਬੰਦੇ ਦਾ, ਵੇ ਫਲਾਣਿਆ ਜਾ ਕਰਕੇ ਹੋਟਲ ਦੇ ਵਿੱਚੋਂ ਆਵਾਜ਼ ਮਾਰ ਕੇ ਲਿਆ। ਆਵਾਜ਼ ਨਹੀਂ ਤੂੰ ਮਾਰ ਕੇ ਤੁਰਿਆ ਉੱਥੋਂ, ਅਜੇ ਵੀ ਬਾਪੂ ਹੋਟਲ 'ਚ ਬੈਠਾ। ਅਸਤੀਆਂ ਅਸੀਂ ਪੋਟਲੀ ਵਿੱਚ ਬੰਨ੍ਹ ਕੇ ਤੁਰੇ ਫਿਰਦੇ ਹਾਂ, ਬਾਪੂ ਨੂੰ ਕਦੀ ਹੋਟਲ ਦੇ ਵਿੱਚ ਚਾਹ ਪਿਆ ਰਹੇ ਹਾਂ, ਕਦੀ ਉਹਨੂੰ ਆਵਾਜ਼ਾਂ ਮਾਰੇ ਚੱਲ ਬਾਪੂ ਚੱਲੀਏ। ਜਿਸ ਦਿਨ ਪਿਆਰਿਓ ਬਾਪੂ ਨੂੰ ਚਾਹ ਦੀ ਲੋੜ ਸੀ, ਉਸ ਦਿਨ ਤੇ ਅਸੀਂ ਚਾਹ ਦੇਣ ਨੂੰ ਤਿਆਰ ਕੋਈ ਨਹੀਂ। ਉਸ ਦਿਨ ਉਹ ਵਿਚਾਰਾ ਆਵਾਜ਼ਾਂ ਮਾਰਦਾ ਸੀ, ਅਸੀਂ ਕੋਈ ਆਵਾਜ਼ ਨਹੀਂ ਸੀ ਦਿੰਦੇ। ਤੇ ਅੱਜ ਅਸੀਂ ਅਸਤੀਆਂ ਚੁੱਕ ਕੇ ਤੁਰੇ ਫਿਰਦੇ ਹਾਂ ਤੇ ਬਾਪੂ ਨੂੰ ਚਾਹ ਪਿਆਉਂਦੇ। ਵਾਹਿਗੁਰੂ ਕਿਰਪਾ ਕਰੇ ਪਿਆਰਿਓ, ਵਹਿਮਾਂ ਭਰਮਾਂ ਤੋਂ ਬਾਹਰ ਨਿਕਲੋ। ਸੇਵਾ ਕਰਨੀ ਆ ਬਜ਼ੁਰਗਾਂ ਦੀ, ਤੇ ਜਿਉਂਦਿਆਂ ਜੀ ਕਰੋ, ਤਾਂ ਕਿ ਤੁਹਾਡਾ ਵੀ ਲੋਕ ਤੇ ਪਰਲੋਕ ਸੁਹੇਲਾ ਬਣੇ।
ਤਾਂ ਕਿ ਤੁਸੀਂ ਵੀ ਜਗਤ ਦੀ ਸ਼ੋਭਾ ਖੜ ਸਕੋ। ਇਹ ਸੇਵਾ ਸਾਡੀ ਪ੍ਰਵਾਨ ਹੋਵੇ, ਜਿਉਂਦੇ ਜਾਗਦੇ ਰੱਬ ਨੂੰ ਪਛਾਣ ਸਕੀਏ। ਜਿਉਂਦਿਆਂ ਤੇ ਅਸੀਂ ਜਿਉਂਦੇ ਜਾਗਦੇ ਰੱਬ ਨੂੰ ਕੋਈ ਮਾਣ ਸਨਮਾਨ ਨਹੀਂ ਦਿੰਦੇ, ਤੇ ਮਰਨ ਤੋਂ ਬਾਅਦ ਫਿਰ ਲੋਕਾਚਾਰੀ ਅਸੀਂ ਬੜੀ ਕਰਨ ਲੱਗ ਜਾਂਦੇ। ਧੰਨ ਗਰੀਬ ਨਿਵਾਸ ਸਤਿਗੁਰੂ ਜੀ ਦੇ ਪਿਆਰੇ ਗੁਰੂ ਪਾਤਸ਼ਾਹ ਮਹਾਰਾਜ ਆਪ ਸਾਨੂੰ ਗੁਰੂ ਘਰ ਦੀ ਮਰਿਆਦਾ ਜਿਹੜੀ ਹੈ ਨਾ ਜੀ, ਉਹ ਆਪ ਸਾਨੂੰ ਸਮਝਾਉਂਦੇ ਨੇ, ਆਪ ਕਰਨੀ ਸਿਖਾਉਂਦੇ ਨੇ ਕਿ ਸਿੱਖ ਨੂੰ ਕਿਸ ਢੰਗ ਦੇ ਨਾਲ ਜੀਵਨ ਜਿਹੜਾ ਬਤੀਤ ਕਰਨਾ ਚਾਹੀਦਾ। ਭਾਈ ਗੁਰਦਾਸ ਸਾਹਿਬ ਗੁਰੂ ਘਰ ਦੇ ਵੇਦ ਵਿਆਸ ਨੇ, ਮਹਾਨ ਬਾਣੀ ਦੇ ਰਚਨਹਾਰੇ ਨੇ, ਮਹਾਨ ਬਾਣੀ ਦੇ ਲਿਖਣਹਾਰੇ ਨੇ। ਮਹਾਨ ਭਾਈ ਗੁਰਦਾਸ ਸਾਹਿਬ ਜੀ ਬੜੇ ਬਾਣੀ ਦੇ ਵਿਆਖਿਆਕਾਰ ਨੇ। ਤੇ ਉਹ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮਾਲਕਾ ਹੁਣ ਪ੍ਰਾਣਾਂ ਦੇ ਅੰਤ ਵਿੱਚ ਕੋਈ ਦੇਰੀ ਨਹੀਂ ਆ, ਤੇ ਇਹ ਮੇਰੇ ਸਰੀਰ ਦੀ ਜਿਹੜੀ ਰਾਖ ਹੈ ਸਾਰੀ ਦੀ ਸਾਰੀ ਬਿਆਸਾ ਵਿੱਚ ਬਹਾ ਦਿਓ, ਮੇਰੀ ਮੜੀ ਨਾ ਬਣਾਉਣਾ ਕਰਿਓ। ਸੁਨ ਗੁਰ ਕਹਿਓ ਕਰੇ ਤਬ ਕਹਿਓ। ਤੇ ਧੰਨ ਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ, ਕੋਈ ਗੱਲ ਨਹੀਂ ਭਾਈ ਗੁਰਦਾਸ ਸਾਹਿਬ, ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੋਵੇਗਾ। ਮਾਨਿਆ ਡੋਲ ਪਾਈ ਹੋਏ ਰਹਿਓ। ਤੇ ਭਾਈ ਗੁਰਦਾਸ ਸਾਹਿਬ ਜੀ ਦਾ ਮਨ ਐਨ ਅਡੋਲ ਹੋ ਕਰਕੇ ਰਹਿਣਾ ਕੀਤਾ। ਜਪ ਜੀ ਪਾਠ ਸੁਖ ਮਨੀ ਕੀਨਾ। ਦੀਵਾਨ ਦੀ ਸਮਾਪਤੀ, ਆਸਾ ਕੀ ਵਾਰ ਦੀ ਸਮਾਪਤੀ ਤੋਂ ਬਾਅਦ ਆਪ ਭਾਈ ਗੁਰਦਾਸ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਕੀਤਾ। ਨਮੋ ਢਾਣ ਗੁਰ ਧਿਆਨ ਕੀਨਾ। ਬਸ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਗਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ। ਪਿਆਰੇ, ਜਦੋਂ ਇਸ ਤਰ੍ਹਾਂ ਦੀ ਕਥਾ ਹੁੰਦੀ ਹੈ ਨਾ ਜੀ, ਮੈਨੂੰ ਆਪਣੇ ਬਜ਼ੁਰਗਾਂ ਦੇ ਅੰਤਲੇ ਸਮੇਂ ਦੀ ਗੱਲ ਯਾਦ ਆ ਜਾਂਦੀ। ਸਾਡੇ ਬਜ਼ੁਰਗ ਚੜ੍ਹਾਈ ਕਰਨ ਲੱਗੇ ਸੀ, ਮੈਨੂੰ ਖਬਰ ਮਿਲੀ ਤੇ ਮੈਂ ਇੱਥੋਂ ਗਿਆ, ਤੇ ਜਾਂਦਿਆਂ ਨੂੰ ਕਾਫੀ ਬਜ਼ੁਰਗ ਢਿੱਲੇ ਸਨ ਸਰੀਰ ਕਰਕੇ, ਮੰਜੇ ਤੇ ਪਏ ਹੋਏ। ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਘਰ ਲੈ ਜਾਓ, ਇਹਨਾਂ ਦੇ ਕੋਲ ਬਹੁਤਾ ਸਮਾਂ ਨਹੀਂ। ਜਦੋਂ ਇੱਥੇ ਗਿਆ, ਜਾ ਕਰਕੇ ਫਤਿਹ ਬੁਲਾਈ, ਤੇ ਉਸ ਸਮੇਂ ਦੇ ਵਿੱਚ ਸਾਡੇ ਸਤਿਕਾਰਯੋਗ ਵੀਰ ਬੈਠੇ ਸਨ। ਉਹ ਕਹਿਣ ਲੱਗੇ ਵੀ ਸਾਡੇ ਕੋਲ ਬਹੁਤਾ ਸਮਾਂ ਨਹੀਂ ਹੈ, ਤੇ ਆਪਾਂ ਬਾਣੀ ਪੜ੍ਹੀ ਇਹਨਾਂ ਦੇ ਪਾਸ, ਹੋਰ ਬਹੁਤੀਆਂ ਅਸੀਂ ਗੱਲਾਂ ਨਹੀਂ ਕਰਨੀਆਂ। ਮਾਲਕ ਦੀ ਕਿਰਪਾ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਸੀ, ਤੇ ਸੁਖਮਨੀ ਸਾਹਿਬ ਜੀ ਦਾ ਸਾਰਾ ਪਾਠ ਜਿਹੜਾ ਹੈ ਨਾ, ਉਹ ਬੜਾ ਸੁਣਦੇ ਰਹੇ ਜੀ। ਤੇ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਜਦੋਂ ਸਮਾਪਤੀ ਹੋਈ, ਤੇ ਪਾਸ ਜਲ ਰੱਖਿਆ ਸੀ, ਪਿਛਾਂ ਜੇ ਮੰਗਣਗੇ ਤੇ ਦੇ ਦੇਵਾਂਗੇ, ਤੇ ਉਵੇਂ ਜਲ ਰੱਖਿਆ ਸੀ ਪਾਸ। ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਹੋਈ, ਤੇ ਮੈਂ ਬੇਨਤੀ ਕੀਤੀ, ਮੈਂ ਕਿਹਾ ਵੀ ਪਿਤਾ ਜੀ ਜਲ ਛਕਣਾ। ਉਹਨਾਂ ਨੇ ਇਸ਼ਾਰੇ ਨਾਲ ਕਿਹਾ ਵੀ ਹਾਂ ਛਕਣਾ ਹੈ। ਉਹ ਚੁੰਮਚੇ ਦੇ ਨਾਲ ਥੋੜ੍ਹਾ ਜਿਹਾ ਜਲ ਉਹਨਾਂ ਦੇ ਮੁਖ ਦੇ ਵਿੱਚ ਪਾਇਆ, ਬਸ ਉੱਥੇ ਹੱਥ ਜੋੜ ਕੇ ਫਤਿਹ ਬੁਲਾ ਕੇ ਉਹ ਸੰਸਾਰ ਤੋਂ ਚਲੇ ਗਏ। ਮਾਲਕ ਦੀ ਇਹ ਨੀਅਤ ਹੈ ਜੀ, ਸੰਸਾਰ ਤੋਂ ਜਾਣਾ ਸਭ ਨੇ ਹੈ, ਪਰ ਜਦੋਂ ਇਸ ਤਰ੍ਹਾਂ ਦੀਆਂ ਵਾਰਤਾਵਾਂ ਸਾਹਮਣੇ ਆਉਂਦੀਆਂ ਨੇ, ਤੇ ਗੁਰਬਾਣੀ ਦੀ ਫਿਰ ਬਖਸ਼ਿਸ਼, ਗੁਰਬਾਣੀ ਦੀ ਦਾਤ, ਗੁਰਬਾਣੀ ਦੀ ਬਰਕਤ ਸਾਹਮਣੇ ਆਉਂਦੀ ਹੈ। ਜਿਨ੍ਹਾਂ ਪਿਆਰਿਆਂ ਦੇ ਕੋਲ ਵੀ ਐਸਾ ਜੀਵਨ ਹੈ, ਉਹ ਇਹਨਾਂ ਪ੍ਰਾਣਾਂ ਦੇ ਅੰਤ ਦੇ ਬਾਬਤ ਵੀ ਜਾਣਦੇ ਨੇ ਕਿ ਪ੍ਰਾਣਾਂ ਦਾ ਅੰਤ ਕਦੋਂ ਹੋਣਾ। ਉਹਨਾਂ ਨੇ ਆਸਾ ਕੀ ਵਾਰ ਦਾ ਕੀਰਤਨ ਵੀ ਸੁਣਿਆ, ਆਪ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ, ਆਪ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਭਾਈ ਗੁਰਦਾਸ ਸਾਹਿਬ ਜੀ, ਤੇ ਗੁਰੂ ਮਾਲਕ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਜਾਣਾ ਕੀਤੇ। ਸ੍ਰੀ ਹਰਗੋਬਿੰਦ ਚਾਂਦੇ ਲਾਇਓ। ਜਦੋਂ ਦੇਖਿਆ ਭਾਈ ਗੁਰਦਾਸ ਸਾਹਿਬ ਜੀ ਦੇ ਪ੍ਰਾਣ ਪੰਖੇਰੂ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਗਏ, ਸਰੀਰ ਜਿਹੜਾ ਠੰਡਾ ਹੋ ਗਿਆ ਹੈ, ਤੇ ਧੰਨ ਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ, ਧੰਨ ਜਨਮ ਤੁਮਰੋ ਜਗ ਆਇਓ। ਕਹਿਣ ਲੱਗੇ ਭਾਈ ਗੁਰਦਾਸ ਸਾਹਿਬ, ਤੁਹਾਡਾ ਜੀਵਨ ਧੰਨ ਹੈ, ਤੁਹਾਡਾ ਜਨਮ ਧੰਨ ਹੈ, ਤੁਹਾਡਾ ਜਗਤ ਵਿੱਚ ਆਉਣਾ ਹੋਇਆ ਧਨਤਾ ਦੇ ਯੋਗ ਹੈ। ਮੈਂ ਮੰਡਲ ਮੈਂ ਜਸ ਵਿਸਥਾਰਾ।
ਇਹ ਧਰਤੀ ਰੂਪੀ ਮੰਡਲ ਤੇ ਬਹੁਤ ਵੱਡਾ ਤੁਸੀਂ ਜਸ ਦਾ ਫੈਲਾਓ ਕੀਤਾ ਹੈ। ਪਾਏ ਪਰਮਗਤ ਪੰਥ ਪਧਾਰਾ, ਤੇ ਪਰਮ ਗਤੀ ਨੂੰ ਪਾ ਕਰਕੇ ਤੁਸੀਂ ਪਰਲੋਕ ਦੇ ਰਸਤੇ ਤੁਰ ਪਏ ਹੋ, ਭਾਵ ਮਾਲਕ ਦੇ ਘਰ ਵਿੱਚ ਲੀਨ ਹੋ ਗਏ ਹੋ। ਜਾਣਾ ਤੇ ਸਰੀਰ ਕਰਕੇ ਸਭ ਨਹੀਂ ਹੁੰਦਾ ਹੈ, ਪਰ ਆਇਆ ਹੋਇਆ ਪਿਆਰਿਓ ਸਫਲਾ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਦੇ ਬਾਬਤ ਬਾਣੀ ਦੇ ਬਚਨ ਨੇ, ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਉਹਨਾਂ ਦਾ ਆਇਆ ਹੋਇਆ ਸਫਲਾ ਹੈ ਜਿਹੜਾ ਮਾਲਕ ਦਾ ਜਸ ਕਰਦੇ ਨੇ, ਪਰਮਾਤਮਾ ਦੀ ਕੀਰਤੀ ਕਰਦੇ ਨੇ। ਉਹਨਾਂ ਦਾ ਆਇਆ ਹੋਇਆ ਗਿਣਤੀ ਦੇ ਵਿੱਚ ਹੈ। ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਤੁਹਾਡਾ ਜੀਵਨ ਧਨ ਹੈ, ਤੁਹਾਡਾ ਆਇਆ ਹੋਇਆ ਸਫਲਾ ਹੈ, ਤੁਸੀਂ ਮਹਾਨ ਜਸ ਲੈ ਕਰਕੇ ਪ੍ਰਲੋਕ ਨੂੰ ਗਮਨ ਕੀਤਾ ਹੈ। ਚਿਰੰਕਾਲ ਤੇਰੋ ਰਹਿ ਨਾਮ, ਲੰਮਾ ਅਰਸਾ ਤੇਰਾ ਨਾਮ ਇਸ ਸੰਸਾਰ ਦੇ ਉੱਪਰ ਸਦਾ ਲਈ ਰਵੇਗਾ। ਜਾਣੇ ਗੁਰੂ ਪੰਥ ਅਬਰਾਮ, ਤੇ ਤੈਨੂੰ ਤੇਰੇ ਜੀਵਨ ਤੋਂ ਸੇਧ ਲੈ ਕਰਕੇ ਮਾਲਕ ਦਾ ਗੁਰੂ ਦਾ ਪੰਥ ਜੀਵ ਜਾਣਨਗੇ। ਜਿਵੇਂ ਤੂੰ ਮਾਲਕ ਦੇ ਮਾਰਗ ਤੇ ਚੱਲਿਆ, ਗੁਰੂ ਦੇ ਮਾਰਗ ਤੇ ਚੱਲਿਆ, ਇਸੇ ਤਰ੍ਹਾਂ ਤੇਰੇ ਜੀਵਨ ਤੋਂ ਸੇਧ ਲੈ ਕਰਕੇ ਅਨੇਕਾਂ ਜੀਵ ਜਿਹੜੇ ਨੇ ਉਹ ਭਵਜਲ ਸੰਸਾਰ ਤੋਂ ਪਾਰ ਹੋਣਗੇ। ਸੁਨ ਗੁਰ ਬੈਨ ਬੰਦਨਾ ਕਰਕੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕਰਕੇ, ਬਦਨ ਆਜ਼ਾਦ ਆਗੇ ਪਰ ਕੇ। ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਭਾਈ ਗੁਰਦਾਸ ਸਾਹਿਬ ਜੀ ਨੇ ਨਮਸਕਾਰ ਕੀਤੀ ਹੈ, ਆਪਣੇ ਤਨ ਤੇ ਵਸਤਰ ਲੈ ਲੈਣਾ ਕੀਤਾ। ਸ੍ਰੀ ਸਤਿਗੁਰ ਕੇ ਪੁਰ ਬਿਨ ਬੇਰਾ, ਤੇ ਬਿਨਾਂ ਦੇਰੀ ਤੋਂ ਗੁਰੂ ਮਾਲਕ ਦੇ ਘਰ ਵੱਲ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਵਿੱਚ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਾਰਗ ਤੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਸਲ ਘਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਤੁਰ ਪਏ। ਪਹੁੰਚਿਓ ਸਿੱਖ ਗੁਰਦਾਸ ਬਡੇਰਾ, ਇਹਨੇ ਮਹਾਨ ਗੁਰੂ ਕਾ ਸਿੱਖ ਭਾਈ ਗੁਰਦਾਸ ਬਿਨਾਂ ਦੇਰੀ ਤੋਂ ਮਾਲਕ ਦੇ ਘਰ ਪਹੁੰਚ ਗਏ, ਭਾਵ ਗੁਰਪੁਰੀ ਜਿਹੜਾ ਉਹ ਪਹੁੰਚ ਜਾਣਾ ਕੀਤੇ, ਗੁਰਪੁਰੀ ਸਮਾ ਜਾਣਾ ਕੀਤੇ। ਸ੍ਰੀ ਹਰਿ ਗੋਬਿੰਦ ਦੇਖਦੇ ਆਗੇ, ਧੰਨ ਗੁਰੂ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਅੱਗੇ ਦੇਖਦਿਆਂ ਹੋਇਆ, ਆਹੇ ਧੰਨ ਜਿਨ ਪ੍ਰਾਣ ਤੇ ਆਗੇ। ਇਹੋ ਜੇ ਗੁਰ ਸਿੱਖ ਧੰਨ ਨੇ ਭਾਈ ਗੁਰਦਾਸ ਸਾਹਿਬ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਦੇ ਅੱਗੇ, ਗੁਰੂ ਦੇ ਸਨਮੁਖ ਹੋ ਕੇ ਪ੍ਰਾਣ ਤਿਆਗੇ, ਗੁਰੂ ਦੇ ਦਰਸ਼ਨ ਦੀਦਾਰ ਕਰਦੇ, ਗੁਰੂ ਦੇ ਬਚਨ ਸੁਣਦੇ ਆ, ਗੁਰੂ ਗੁਰੂ ਜਪਦਿਆਂ ਹੋਇਆਂ ਪ੍ਰਾਣਾਂ ਦਾ ਅੰਤ ਹੋਇਆ, ਮਾਲਕ ਦੇ ਚਰਨਾਂ ਵਿੱਚ ਲੀਨ ਹੋਏ ਹਨ। ਆਸਾ ਵਾਰ ਭੋਗ ਤਬ ਪਾਇਓ, ਆਸਾਂ ਕੀ ਵਾਰ ਅੰਮ੍ਰਿਤਮਈ ਪਾਵਨ ਬਾਣੀ ਦਾ ਭੋਗ ਪਾਇਆ ਹੈ। ਹਾਥ ਜੋੜ ਸਭ ਸੀਸ ਨਵਾਇਓ, ਸਾਰਿਆਂ ਨੇ ਹੱਥ ਜੋੜ ਕਰਕੇ ਸੀਸ ਝੁਕਾਉਣਾ ਕੀਤਾ। ਸੰਸਕਾਰਨ ਤਿਆਰੀ ਕਰਵਾਈ, ਸੰਸਕਾਰ ਕਰਨ ਦੀ ਸਾਰੀ ਤਿਆਰੀ ਕਰਵਾਉਣਾ ਕੀਤੇ। ਚਾਹਤ ਸੋਜ ਸਭੇ ਮੰਗਵਾਏ, ਜਿੰਨੀ ਸਮੱਗਰੀ ਚਾਹੀਦੀ ਸੀ ਮੰਗਵਾਉਣਾ ਕੀਤੇ। ਭਾਨਾ ਆਦਿਕ ਜਲੇ ਉਠਾਏ, ਬਾਬਾ ਭਾਨਾ ਸਾਹਿਬ ਜੀ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਬਾਬਾ ਬਿਧੀ ਚੰਦ ਸਾਹਿਬ ਜੀ ਤੇ ਆਦਿਕ ਇਹ ਗੁਰਸਿੱਖ ਲੈ ਕਰਕੇ ਭਾਈ ਗੁਰਦਾਸ ਸਾਹਿਬ ਜੀ ਦੇ ਇਸ ਵਿਵਾਨ ਨੂੰ ਚੱਲੇ ਹਨ। ਕੀਮਤ ਅਧਿਕ ਦੁਸ਼ਾਲੇ ਪਾਏ, ਬੜੇ ਕੀਮਤੀ ਦੁਸਾਲੇ ਉੱਪਰ ਪਾਏ ਹਨ। ਸੂਰਜ ਮਲ ਕਰ ਚਵਰ ਚਲਾਵਾ, ਬਾਬਾ ਸੂਰਜ ਮਲ ਜੀ ਹੱਥ ਦੇ ਵਿੱਚ ਚੌਰ ਲੈ ਕਰਕੇ ਚੁਲਾ ਰਹੇ ਹਨ। ਸੰਖਣ ਕੀਰਤਨ ਬਹੁਤ ਬਜਾਵਾ, ਬਹੁਤ ਸੁੰਦਰ ਸੰਖਾਂ ਦੀ ਧੁਨੀ ਹੋ ਰਹੀ ਹੈ। ਗਾਵਨਦ ਸ਼ਬਦ ਰਬਾਬੀ ਗਾਵਤਾ, ਤੇ ਜਾਂਦਿਆਂ ਹੋਇਆਂ ਗੁਰੂ ਕੇ ਰਬਾਬੀਏ ਸ਼ਬਦਾਂ ਦਾ ਗਾਇਨ ਕਰ ਰਹੇ ਨੇ, ਵੈਰਾਗਮਈ ਪਾਵਨ ਬਾਣੀ ਪੜ ਰਹੇ ਹਨ। ਤੀਰ ਬਿਪਾਸਾ ਕੇ ਚੱਲ ਜਾਵਤਾ, ਤੇ ਬਿਆਸਾ ਦੇ ਕੰਢੇ ਜਾਣਾ ਕੀਤਾ। ਫੂਲਣ ਕੀ ਬਰਖਾ ਬਹੁ ਕਰੀ, ਬਹੁਤ ਵੱਡੀ ਤਾਦਾਦ ਵਿੱਚ ਫੁੱਲਾਂ ਦੀ ਵਰਖਾ ਕੀਤੀ। ਦੇਖ ਚਿਕਾ ਕੇ ਉਪਰ ਤਰੇ, ਸੁੰਦਰ ਚਿਖਾ ਤਿਆਰ ਕਰਕੇ ਤਿਸ ਦੇ ਉੱਪਰ ਪਵਿੱਤਰ ਸਰੀ ਰੱਖਣਾ ਕੀਤਾ। ਕਰ ਆਪਣੇ ਗੁਰ ਲਾਂਬੂ ਲਾਇਓ, ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਭਾਈ ਗੁਰਦਾਸ ਸਾਹਿਬ ਜੀ ਦੀ ਅਗਨੀ ਨੂੰ, ਵਾਹਿਗੁਰੂ ਚਿਖਾ ਨੂੰ ਅਗਨੀ ਦਿੱਤੀ ਹੈ। ਯਥਾ ਯੋਗ ਸਭ ਕਰਮ ਕਰਾਇਓ, ਤੇ ਜਥਾ ਜੋਗ ਇਹ ਸਾਰੇ ਸੰਸਕਾਰ ਦੀ ਜਿਹੜੀ ਮਰਿਆਦਾ ਸੀ ਗੁਰੂ ਮਾਲਕ ਨੇ ਕਰਵਾਉਣਾ ਕੀਤੇ। ਸਗਲਾ ਦੁਗਤ ਕਰ ਨਦੀ ਨਹਾਏ, ਇਸੇ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਗੁਰਸਿੱਖ ਗੁਰੂ ਕੇ ਪਿਆਰੇ
ਸੰਸਕਾਰ ਕਰਦਿਆਂ ਗੁਰੂ ਗੁਰੂ ਜਪਦਿਆਂ ਹੋਇਆਂ ਉਪਰੰਤ ਸਾਰਿਆਂ ਨੇ ਇਸ਼ਨਾਨ ਪਾਨ ਕੀਤਾ ਹੈ। ਚੌਂਕੀ ਸ਼ਬਦ ਭੋਗ ਕੋ ਪਾਏ। ਫਿਰ ਬੌਲੀ ਸਾਹਿਬ ਦੇ ਪਾਸ ਬੈਠ ਕਰਕੇ ਸ਼ਬਦ ਚੌਂਕੀ ਦਾ ਭੋਗ ਪਾਇਆ ਹੈ। ਕਰ ਅਰਦਾਸ ਗੁਰੂਪੁਰ ਜਾਏ। ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਗੁਰਸਿੱਖਾਂ ਨੇ ਅਰਦਾਸ ਕੀਤੀ ਹੈ। ਸੱਚੇ ਪਾਤਸ਼ਾਹ ਆਪ ਜੀ ਦੇ ਘਰ ਦੇ ਸੇਵਕ, ਆਪ ਜੀ ਦੇ ਦਰ ਘਰ ਦੇ ਪਿਆਰੇ ਭਾਈ ਗੁਰਦਾਸ ਸਾਹਿਬ ਜੀ ਨੇ ਆਪਣਾ 5 ਭੂਤਕ ਚੋਲਾ ਤਿਆਗਿਆ ਹੈ। ਕਿਰਪਾ ਕਰਿਓ, ਰਹਿਮਤ ਕਰਿਓ, ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਿਓ। ਇਹ ਸਿੱਖ ਦੀ ਅਰਦਾਸ ਹੈ, ਇਹ ਜੋਦੜੀ ਆਪਣੇ ਪਿਆਰੇ ਵਾਸਤੇ। ਅਜੇ ਕਿ ਭਾਈ ਗੁਰਦਾਸ ਸਾਹਿਬ ਜੀ ਮਾਲਕ ਦੇ ਚਰਨਾਂ ਵਿੱਚ ਲੀਨ ਹੋਏ ਨੇ, ਪਰ ਫਿਰ ਵੀ ਸਿੱਖ ਦਾ ਫਰਜ਼ ਬਣਦਾ ਆਪਣੇ ਪਿਆਰੇ ਲਈ ਅਰਦਾਸ ਕਰਨੀ, ਮਾਲਕ ਦੇ ਚਰਨਾਂ ਵਿੱਚ ਜੁੜਨਾ। ਅੱਜ ਵੀ ਗੁਰਸਿੱਖ ਜਦੋਂ ਸੰਸਕਾਰ ਕਰਨ ਤੋਂ ਬਾਅਦ ਆਉਂਦੇ ਨੇ ਤੇ ਗੁਰੂ ਘਰ ਵਿੱਚ ਆ ਕਰਕੇ ਸੱਤ ਬਾਣੀ ਪੜ੍ਹੀ ਜਾਂਦੀ, ਗੁਰੂ ਚਰਨਾਂ ਵਿੱਚ ਆ ਕਰਕੇ ਕੜਾ ਪ੍ਰਸ਼ਾਦੀ ਦੇ ਬਾਣੀ ਪੜ੍ਹ ਕਰਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੁੰਦੀ ਹੈ। ਗੁਰੂ ਕੀ ਸੰਗਤ ਪਿਆਰ ਸਹਿਤ ਅਰਦਾਸ ਕਰਦੀ। ਇਸੇ ਤਰ੍ਹਾਂ ਪਾਤਸ਼ਾਹ ਆਏ ਨੇ ਸੰਸਕਾਰ ਕਰਨ ਤੋਂ ਬਾਅਦ ਸ਼ਬਦ ਚੌਂਕੀ ਦਾ ਭੋਗ ਪਾਇਆ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਪੰਚਾਮ੍ਰਿਤ ਦਬਹਿ ਵਰਤਾਏ। ਕੜਾ ਪ੍ਰਸ਼ਾਦ ਦੀ ਦੇਗ ਵਰਤਾਉਣਾ ਕੀਤੇ। ਵਰਨਤ ਗੁਣ ਨਵੇਸ਼ ਕੋ ਆਏ। ਇਸੇ ਤਰ੍ਹਾਂ ਦੇ ਨਾਲ ਫਿਰ ਘਰ ਦੇ ਵਿੱਚ ਆਉਂਦਿਆਂ ਹੋਇਆਂ ਮਹਾਨ ਗੁਣਾਂ ਨੂੰ ਆਖਦੇ ਹੋਏ ਆ ਰਹੇ ਨੇ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਡਿਆਈਆਂ, ਉਹਨਾਂ ਦੇ ਮਹਾਨ ਜੀਵਨ ਦੀਆਂ ਗਾਥਾਵਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਨ। ਗੁਰ ਟਿਕਪੁਰ ਜਨ ਮਿਲ ਸਮੁਦਾਏ। ਨਗਰ ਦੇ ਬਹੁਤ ਸਾਰੇ ਲੋਕ ਸਤਿਗੁਰੂ ਜੀ ਦੇ ਪਾਸ ਮਿਲ ਕਰਕੇ ਬੈਠ ਬਾਤ ਗੁਰਦਾਸ ਚਲਾਏ। ਸਤਿਗੁਰੂ ਜੀ ਦੇ ਪਾਸ ਬੈਠ ਕਰਕੇ ਭਾਈ ਗੁਰਦਾਸ ਸਾਹਿਬ ਜੀ ਦੀ ਗੱਲ ਕਰਦੇ ਨੇ, ਵਿਚਾਰਾਂ ਕਰਦੇ ਨੇ। ਜਦੋਂ ਪਰਲੋਕ ਗਮਨ ਕਰ ਗਏ ਨੇ ਤੇ ਸਤਿਗੁਰੂ ਜੀ ਦੇ ਪਾਸ ਫਿਰ ਵਿਚਾਰ ਵਾਸਤੇ ਆ ਰਹੇ ਹਨ। ਚੌਥੇ ਦੇਵਤੇ ਅਸਤ ਚਨ ਲੀਨਾ। ਭਾਈ ਸਾਹਿਬ ਜੀ ਕਹਿੰਦੇ ਜਦੋਂ ਚੌਥਾ ਦਿਨ ਹੋਇਆ ਨਾ ਜੀ, ਉਸ ਸਮੇਂ ਫਿਰ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਪਿਆਰੇ ਭਾਈ ਗੁਰਦਾਸ ਸਾਹਿਬ ਜੀ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਸੀ, ਉਥੋਂ ਅਸਤੀਆਂ ਜਿਹੜੀਆਂ ਚੁਣਨਾ ਕੀਤੀਆਂ। ਭਸਮ ਵਿਪਾਸਾ ਪ੍ਰਾਪਤ ਕੀਨਾ। ਤੇ ਫਿਰ ਸਾਰੀ ਦੀ ਸਾਰੀ ਰਾਖ ਦੇ ਸਮੇਤ ਬਿਆਸਾ ਦੇ ਵਿੱਚ ਬਹਾ ਦੇਣਾ ਕੀਤਾ। ਬਾਪੀ ਮੈਂ ਇਸ਼ਨਾਨ ਕਰ ਤਬੈ। ਉਸ ਤੋਂ ਬਾਅਦ ਸ੍ਰੀ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਨਮਾ ਕਰੇ ਭੋਜਨ ਦਲ ਸਭਾ। ਗੁਰੂ ਪਾਤਸ਼ਾਹ ਜੀ ਦੇ ਅਸਥਾਨਾਂ ਤੇ ਨਮਸਕਾਰ ਕਰਨਾ ਕੀਤੇ। ਤਤ ਜਿਨ ਹੈ ਪਰ ਕਰ ਅਸਵਾਰੇ। ਉਸ ਤੋਂ ਬਾਅਦ ਫਿਰ ਕੁਝ ਸਮਾਂ ਰੋਕ ਕਰਕੇ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਨੇ ਚੱਲਣ ਦੀ ਤਿਆਰੀ ਕੀਤੀ ਹੈ। ਘੋੜੇ ਤੇ ਸਵਾਰ ਹੋਏ ਹਨ। ਚਲੇ ਸੁਦਾਸਰ ਪੰਥ ਮਜ਼ਾਰੇ। ਗਰੀਬ ਨਵਾਜ਼ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ। ਦੋਹਰਾਇ ਸੁੰਦਰ ਪਰਮਾਨੰਦ ਕੋਈ ਅਪਰ ਸਰਬ ਪਰਵਾਰਾ। ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਬਾਕੀ ਸਾਰਾ ਹੀ ਗੁਰੂ ਦਾ ਪਰਿਵਾਰ ਜਤਾ ਜੋਗ ਮਿਲ ਕਰ ਸਭਨਾ ਹੈ ਹੋਏ ਅਸਵਾਰਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਸ਼ ਨੂੰ, ਪਰਿਵਾਰ ਨੂੰ ਮਿਲ ਕਰਕੇ ਸਤਿਗੁਰੂ ਜੀ ਆਪਣੇ ਘੋੜੇ ਤੇ ਸਵਾਰ ਹੋਏ ਹਨ। ਕਿਆ ਪਏ ਸਭ ਕੁਟੰਬ ਚੱਲ ਚੱਲਿਆ ਵਿਚਾਰੇ। ਇਸੇ ਤਰ੍ਹਾਂ ਗੁਰੂ ਦਾ ਸਾਰਾ ਪਰਿਵਾਰ ਵੀ ਆਪੋ ਆਪਣੇ ਵਾਹਨਾਂ ਤੇ ਸਵਾਰ ਹੋ ਕੇ ਚੱਲੇ ਹਨ। ਜਥਾ ਜੋਗ ਆਪਣੀ ਅਸਵਾਰੀ। ਜਥਾ ਜੋਗ ਸਾਰਿਆਂ ਨੇ ਆਪੋ ਆਪਣੀਆਂ ਸਵਾਰੀਆਂ ਸੰਭਾਲਣਾ ਕੀਤੀਆਂ। ਪੁਰਖ ਡੋਰ ਮੈਂ ਪਹੁੰਚੇ ਜਾਈ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਖਡੂਰ ਸਾਹਿਬ ਦੀ ਧਰਤੀ ਤੇ ਆਏ ਗੁਰੂ ਹਰਗੋਬਿੰਦ ਮਹਾਰਾਜ। ਪਰਿਵਾਰ ਦੇ ਸਮੇਤ ਸਿੱਖਾਂ ਦੇ ਸਹਿਤ ਪਿਆਰ ਭਾਵਨਾ ਦੇ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਜਿਸ ਧਰਤੀ ਨੂੰ ਅਸੀਂ 8 ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਧਰਤੀ ਕਹਿੰਦੇ, ਜਦੋਂ ਵਾਪਸ ਹੁਣ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੇ ਨੇ ਤੇ ਗੋਇੰਦਵਾਲ ਸਾਹਿਬ ਤੋਂ ਸਤਿਗੁਰੂ ਜੀ ਚੱਲ ਕੇ ਖਡੂਰ ਸਾਹਿਬ ਪਹੁੰਚੇ ਹਨ। ਉਤਰ ਤਰੰਗ ਪਰੇ ਤਿਸ ਥਾਈ। ਸਤਿਗੁਰੂ ਜੀ ਘੋੜੇ ਤੋਂ ਉਤਰੇ ਹਨ। ਸ੍ਰੀ ਅੰਗਦ ਅੱਗੇ ਮੰਦਰ ਗਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਜੀ ਦੇ ਦਿਓਰੇ ਗੁਰੂ ਕੇ ਮੰਦਰ ਦੇ ਵਿੱਚ ਆਏ ਹਨ। ਫਿਰੇ ਪ੍ਰਦਰਸ਼ਨਾ ਬੰਦਨ ਕੀਏ।
ਇੱਥੇ ਗਰੀਬ ਨਿਵਾਸ ਸਤਿਗੁਰੂ ਜੀ ਨੇ ਪਰਿਕਰਮਾ ਕੀਤੀਆਂ ਨੇ ਜੀ, ਨਮਸਕਾਰ ਕੀਤੀ। ਜਿਵੇਂ ਤੁਸੀਂ ਸਤਿਗੁਰੂ ਜੀ ਨੂੰ ਨਮਸਕਾਰ ਕਰਦੇ ਹੋ, ਇਸ ਅਸਥਾਨ ਦੀਆਂ ਅੰਗੀਠਾ ਸਾਹਿਬ ਜੀ ਦੀਆਂ ਗੁਰੂ ਕੇ ਪਾਵਨ ਅਸਥਾਨ ਦੀਆਂ ਪਰਿਕਰਮਾ ਕਰਦੇ ਹੋ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਗੁਰੂ ਕੀ ਸਭਾ ਵਿੱਚ ਆਪ ਜੀ ਬਹਿ ਜਾਂਦੇ ਹੋ। ਹੁਣ ਬਿਰਾਜਮਾਨ ਹੋ, ਸੁਰਤੀ ਦਾ ਧਿਆਨ ਦਿਓ। ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਆਏ ਨੇ। ਗੁਰੂ ਹਰਗੋਬਿੰਦ ਮਹਾਰਾਜ ਪਿੱਛੇ ਪਿੱਛੇ ਗੁਰੂ का परिवार, गुरु के सिख सेवक, गुरु का दल, बाबा बिधि चंद साहिब, बाबा भाना साहिब ते आदਿਕ अनेकों गुरसिख साथ ने। ते गुरु हरगोबिंद महाराज सतगुरु सच्चे पातशाह घोड़े तो उतर करके ते गुरु अंगद साहब महाराज जी के दियोरे ते आए ने। इत्थे आ करके पातशाह ने गुरु पातशाह महाराज जी के अस्थान दियां परिक्रमा कीतियां ते गुरु पातशाह महाराज जी के अस्थान दियां परिक्रमा करदियां होया सपाट कुटुंब मिले ते समा नमस्कार कीती है। ते उस तो बाद सारा परिवार भी उस तरह करके मिलिया है। दर्शन परसत कर कर नमा, दर्शन परसन करके, दर्शन भाव देखना, परसन तो भाव के परसना नमस्कार करना। गुरु बालक का अस्थान जान के, आदर नादर सतगुरु जान के उन्होंने दे अस्थान ते सीस झुकाउणा ते भावनी। ये मेरा मस्तक जड़ा है, मेरा मत्था जड़ा है, ये केवल धरती ते नहीं, ये गुरु अंगद साहब महाराज जी दे मैं चरणा ते झुका, गुरु दे चरणा ते मेरा ये सीस जड़ा झुक रहा है। इवें गुरु पातशाह महाराज जी ने, गुरु के परिवार ने इत्थे दर्शन परसन कीते हन। सुन कर सुध दातु सुत आयो। जिस तरह प्यारिओ आप जी हुण बैठे हो ना, परिक्रमा करके नमस्कार करके गुरु की कथा सुन रहे हो, गुरु की सभा विच बैठे हो, ते गुरु हरगोबिंद महाराज जी दे सैयद गुरु का परिवार गुरसिख इस अस्थान ते नमस्कार करके विराजमान हो गए। तो जदों धन गुरु अंगद साहब महाराज सतगुरु जी के कोल गुरु के परिवार नूं पता लगा जी कि गुरु हरगोबिंद महाराज सतगुरु परिवार सिखां दे सहित आए ने, उस समय बाबा दातू जी दे सुपुत्र ने सुन करके आउणा कीता। क्योंकि परस भरे और हर खायो। गुरु पातशाह महाराज जी नूं बाबा दातू जी दे सुपुत्र जी झुके ने, ते गुरु हरगोबिंद महाराज बाबा दातू जी दे सुपुत्र नूं चुके ने। दोनों पासियां तो सन्मान सत्कार कीता है, नमस्कार कीती है। करो सिवर प्रभ बिनह बखाने, ते बेनती कीती बाबा दातू जी दी सुपुत्र ने कि गुरु हरगोबिंद महाराज सतगुरु कृपा करो, रहमत करो, आप जी इत्थे ही डेरा करना करो। सेवा जथा शक्त हित ठाने, पातशाह मैं जथा शक्त आप जी दी परिवार दी संगतां दी सेवा कर सका। श्री हरगोबिंद चंद बखाना। धन गुरु हरगोबिंद महाराज जी ने गुरु अंगद साहब महाराज जी दे पोतरे दे बचन सुन करके कहना कीता, चाहे आज ही पंथ बयाना। कहंदे नहीं भाई, आज ही असीं जाना चाहुंदे हां। श्री ग्रंथ साहिब सुख रासा, कहंदे सुखां दे दाते, सुखां दे देण वाले धन गुरु ग्रंथ साहब महाराज सच्चे पातशाह जी। पाठ करा मैं हित गुरदास, उन भाई गुरदास साहब जी बयाना कर गए ने, उन्हां दे हित बाणी दा पाठ कराउणा है, उन्हां दे हित पावन बाणी दा पाठ आरंभ करना है। ते कहंदे अज ही असीं जाना चाहुंदे हां। रहयो नहोरत दे कर धीरा। गुरु अंगद साहब महाराज जी दे पोतरे दोनों हाथ जोड़ करके सतगुरु मालक दे दर्शन करते रहे। भावना सी कि सतगुरु जी कुछ समा ठहरनगे, पर सतगुरु ने जदों भाई गुरदास साहब जी दे प्रलोक बयाने की गल की, सचखंड गमन की गल की भी अज ही असीं जाना ते जाके पावन बाणी का प्रवाह आरंभ करना है। ते गुरु पातशाह महाराज जी दे पोतरे जड़े सतगुरु जी दे वल देखते रह गए। सतगुरु जी ने धीरज दिती है। जड़े पवंगम सतगुर बीरा। सतगुरां दे अस्थान ते नमस्कार करके फिर उस तरह घोड़े ते सवार हो गए। राए हो अल्प दिन पहुंचे आए। थोड़ा दिन रहिंदियां गुरु पातशाह महाराज जी पहुंचे हन। सांग सपाट गोरे समुदाय।
ਨਾਲ ਹੀ ਗੁਰੂ ਕਾ ਪਰਿਵਾਰ ਬਹੁਤ ਸਾਰੇ ਸੂਰਮੇ ਯੋਧੇ ਹਨ। ਤਖਤ ਅਕਾਲ ਨਵਾਏ ਸਮਾਰਾ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਨਮਸਕਾਰ ਕਰਨਾ ਕੀਤੇ। ਚੱਲ ਕਰ ਗਏ ਦਰਸ਼ਨੀ ਬਹਾਰਾ। ਦਰਸ਼ਨੀ ਡਿਉੜੀ ਤੇ ਜਾਣਾ ਕੀਤੇ। ਨਮੋ ਕਰਦੇ ਅੰਤਰ ਕੋ ਗਏ। ਨਮਸਕਾਰ ਕਰਕੇ ਅੰਦਰ ਜਾਣਾ ਕੀਤੇ। ਸ੍ਰੀ ਹਰਿਮੰਦਰ ਬੰਦਤ ਪਏ। ਸ੍ਰੀ ਹਰਿਮੰਦਰ ਸਾਹਿਬ ਜਾ ਕਰਕੇ ਨਮਸਕਾਰ ਕੀਤੇ। ਦਈ ਪ੍ਰਦਰਸ਼ਨਾ ਬਾਹਰ ਆਏ। ਪਰਿਕਰਮਾ ਕਰਕੇ ਬਾਹਰ ਆਏ ਹਨ। ਤਖਤ ਅਕਾਲ ਬੈਠ ਦਰਸਾਏ। ਫਿਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਿਰਾਜਮਾਨ ਹੋਏ। ਪੁਰ ਜਨ ਸੋਧ ਸੁਨਿਆ ਆਨੰਦ ਪਾਇਓ। ਨਗਰ ਦੇ ਜੀਵਾਂ ਨੂੰ ਖਬਰ ਹੋਈ ਕਿ ਸਤਿਗੁਰੂ ਜੀ ਵਾਪਸ ਆਏ ਨੇ। ਸੁਣ ਕੇ ਬੜੇ ਆਨੰਦਿਤ ਹੋਣਾ ਕੀਤੇ। ਤਤ ਜਿਨ ਆਏ ਸੀਸ ਨਿਵਾਇਆ। ਉਸੇ ਵੇਲੇ ਨਗਰ ਦੇ ਲੋਕ ਆਏ, ਤਿੰਨਾਂ ਨੇ ਆ ਕੇ ਸਤਿਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ। ਤਰਹਿ ਅਗੋਰ ਪ੍ਰਸਾਦ ਅਗਾਰੀ। ਸਤਿਗੁਰੂ ਜੀ ਦੇ ਸਨਮੁਖ ਭੇਟਾਵਾਂ ਰੱਖ ਰਹੇ ਨੇ, ਪ੍ਰਸ਼ਾਦ ਅਰਪਣ ਕਰਦੇ ਹਨ। ਦਰਸ਼ਨ ਦੇਖਤ ਗਨ ਨਰ ਨਾਰੇ। ਇਸਤਰੀਆਂ ਤੇ ਪੁਰਖ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ। ਭਏ ਪੇਰ ਹੋਵਤ ਬਲਿਹਾਰੇ। ਬਹੁਤ ਵੱਡੀ ਭੀੜ ਬਣ ਜਾਣਾ ਕੀਤੀ। ਸਤਿਗੁਰੂ ਜੀ ਤੋਂ ਬਲਿਹਾਰੇ ਹੋ ਰਹੇ ਹਨ। ਗੁਰ ਬੋਝੇ ਸਭ ਕੁਛ ਲਿਆ ਚਾਰੇ। ਸਤਿਗੁਰੂ ਜੀ ਨੇ ਸਾਰਿਆਂ ਨੂੰ ਸੁਖ ਸ਼ਾਂਤ ਪੁੱਛੀ ਹੈ ਤੇ ਸਾਰੇ ਨਗਰ ਦੇ ਜੀਵਾਂ ਨੇ ਕਿਹਾ, ਪਾਤਸ਼ਾਹ ਤੁਹਾਡੀ ਰਹਿਮਤ ਦੇ ਨਾਲ ਸੁਖ ਸ਼ਾਂਤ ਹੈ। ਸੋ ਦਰ ਲਗ ਲਾਗਿਓ ਵੱਡ ਮੇਲਾ। ਸੋ ਦਰ ਦੀ ਚੌਂਕੀ ਦੇ ਸਮੇਂ ਤੱਕ ਬਹੁਤ ਵੱਡਾ ਸੰਗਤ ਦਾ ਇਕੱਠ ਹੋਇਆ। ਹਿਤ ਦਰਸ਼ਨ ਕੇ ਅਦਕ ਸਕੇਲਾ। ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਬਹੁਤ ਸਾਰੇ ਜੀਵ ਇਕੱਠੇ ਹੋਏ। ਪੁੰਨ ਸਤਿਗੁਰ ਨਿਜ ਮਹਿਲ ਪਿਆਨ। ਫਿਰ ਸਤਿਗੁਰੂ ਜੀ ਸੋਧਰ ਦੀ ਚੌਂਕੀ ਤੋਂ ਬਾਅਦ ਮਹਿਲ ਵਿੱਚ ਚਲੇ ਗਏ। ਸਭ ਪਰਿਵਾਰ ਆਨ ਸੁਖ ਢਾਨ। ਸਾਰੇ ਗੁਰੂ ਕਾ ਪਰਿਵਾਰ ਆਇਆ ਹੈ। ਸੋ ਪਾਟ ਸਕਲ ਬਾਸੋ ਨਿਜ ਥਾਨ। ਇਸੇ ਤਰ੍ਹਾਂ ਗੁਰੂ ਕੇ ਸੂਰਮਿਆਂ ਨੇ ਵੀ ਆਪਣੇ ਅਸਥਾਨਾਂ ਤੇ ਜਾਣਾ ਕੀਤਾ। ਸਭ ਤੈ ਕਰਕੇ ਖਾਨ ਰਪਾਨ। ਰਾਤਰੀ ਦੇ ਸਮੇਂ ਖਾਨ ਪਾਨ ਕਰਕੇ ਵਿਸ਼ਰਾਮ ਕੀਤਾ ਹੈ। ਭਾਈ ਪ੍ਰਭਾਤ ਗੁਰੂ ਚਲੇ ਆਏ। ਸਵੇਰ ਹੋਈ ਹੈ, ਗਰੀਬ ਨਿਵਾਸ ਸਤਿਗੁਰੂ ਜੀ ਆਏ ਹਨ। ਸ੍ਰੀ ਗ੍ਰੰਥ ਸਾਹਿਬ ਖੁਲਵਾਏ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਪਾਵਨ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪੋਥੀ ਸਾਹਿਬ, ਪਾਵਨ ਬਾਣੀ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਹਿੱਤ ਆਰੰਭ ਕਰਾਉਣ ਲੱਗੇ। ਸ਼ਬਦ ਇੱਕ ਵਰਤਿਆ ਜਾਂਦਾ ਸੀ, ਪਾਠ ਖੁਲਾਉਣਾ। ਪਾਠ ਖਿਲਾਉਣਾ ਤੋਂ ਭਾਵ ਜਿਵੇਂ ਅੱਜ ਅਸੀਂ ਕਹਿੰਦੇ ਅਖੰਡ ਪਾਠ ਸਾਹਿਬ ਆਰੰਭ ਕਰਨਾ, ਇਵੇਂ ਸ਼ਬਦ ਬੋਲੀ ਦਾ ਸਾਡਾ ਪੁਰਾਤਨ ਸੀ ਵਰਤਿਆ ਜਾਂਦਾ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਆਏ ਨੇ ਤੇ ਸਿੱਖਾਂ ਨੂੰ ਲਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਦਿ ਗ੍ਰੰਥ ਪਾਵਨ ਬਾਣੀ ਦਾ ਪਾਠ ਆਰੰਭ ਕਰਵਾਇਆ ਹੈ। ਹਿਤ ਗੁਰਦਾਸ ਪਾਠ ਤਰਵਾਇਓ। ਤੇ ਭਾਈ ਗੁਰਦਾਸ ਸਾਹਿਬ ਜੀ ਦੇ ਹਿੱਤ ਇਹ ਪਾਠ ਰਖਵਾਇਆ, ਕਿਉਂਕਿ ਇਹ ਪਾਵਨ ਬਾਣੀ ਦਾ ਪਾਠ ਕਰਨ ਵਾਸਤੇ ਅੱਜ ਵੀ ਸਾਡੀ ਰਹਿਤ ਮਰਿਆਦਾ ਇਹ ਗੱਲ ਕਹਿੰਦੀ ਹੈ ਕਿ ਸਿੱਖ ਪਿਆਰ ਭਾਵਨਾ ਦੇ ਸਹਿਤ ਸਹਿਜ ਪਾਠ ਕਰੇ। ਜੇ ਸਹਿਜ ਪਾਠ ਆਪ ਨਹੀਂ ਕਰ ਸਕਦਾ ਤੇ ਗੁਰਸਿੱਖ ਸੁਣਨਾ ਕਰੇ। ਜੀਵਨ ਦੇ ਅੰਦਰ ਬਾਣੀ ਦਾ ਸਿੱਖ ਦੇ ਚੱਲਦਾ ਰਹਿਣਾ ਚਾਹੀਦਾ, ਜਾਂ ਫਿਰ ਇਹ ਪਾਠ ਜਿਹੜਾ ਸਿੱਖ ਦੇ ਜੀਵਨ ਦੇ ਅੰਦਰ ਜਦੋਂ ਕੋਈ ਐਸਾ ਸਮਾਂ ਹੁੰਦਾ ਹੈ ਖੁਸ਼ੀ ਜਾਂ ਗਮੀ ਦਾ, ਉਸ ਸਮੇਂ ਦੇ ਅੰਦਰ ਵੀ ਸਿੱਖ ਉਸ ਕਾਰਜ ਦੇ ਹਿੱਤ ਇਹ ਪਾਠ ਰਖਵਾਉਂਦਾ ਹੈ, ਜਾਂ ਆਪ ਪਰਿਵਾਰ ਮਿਲ ਕੇ ਕਰਦਾ ਹੈ, ਜਾਂ ਸਿਆਣੇ ਗੁਰਸਿੱਖਾਂ ਨੂੰ ਲਾ ਕਰਕੇ ਪਾਠ ਕਰਵਾਉਂਦਾ ਹੈ ਤੇ ਆਪ ਸੁਣਦਾ ਹੈ। ਇਹ ਗੁਰੂ ਘਰ ਦੀ ਮਰਿਆਦਾ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਹਿੱਤ ਇਹ ਅੰਮ੍ਰਿਤਮਈ ਪਾਵਨ ਬਾਣੀ ਦਾ ਪਾਠ ਆਰੰਭ ਕਰਵਾਉਣਾ ਕੀਤਾ। ਵਿਦਿਆ ਪੜ੍ਹਵੇ ਹੇਤ ਬਿਠਾਇਓ। ਤੇ ਇਸ ਪਾਠ ਨੂੰ ਕਰਨ ਵਾਸਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੇਵਾ ਲਾਈ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਦੇ ਬਾਰੇ ਤੁਸੀਂ ਇਹ ਤੇ ਪੜ੍ਹਦੇ ਸੁਣਦੇ ਹੋ ਕਿ ਬਹੁਤ ਮਹਾਨ ਵਿਧੀਆਂ ਜਾਣਨ ਵਾਲੇ ਸਨ। ਉਹ ਗੁਰੂ ਘਰ ਦੇ ਵਿੱਚ ਆ ਕਰਕੇ ਵੀ ਐਸੀਆਂ ਸੇਵਾਵਾਂ ਉਹਨਾਂ ਨੇ ਨਿਭਾਈਆਂ, ਸੁਣ ਕਰਕੇ ਅਸੀਂ ਪੜ੍ਹ ਕਰਕੇ ਦੰਗ ਰਹਿ ਜਾਂਦੇ ਹਾਂ ਕਿ ਕਦੀ ਉਹ ਕਾਹੀ ਬਣ ਕਰਕੇ ਵੀ ਜਾ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘੋੜੇ ਤੇ ਕਦੀ ਨਜੂਮੀਆਂ ਬਣ ਕਰਕੇ ਘੋੜੇ ਲੈ ਆਉਂਦੇ ਨੇ।
कदी वो बेगम का रूप बन करके गुरु घर के दुशाले कीमती लै आते ने जी। तो गुरु पातशाह महाराज जी के घर के जंगां युद्धां दे विच भी महान उन्होंने हिस्से लए ने। पर यह भी पक्ष सुनो कि वो बाणी दे पढ़न वाले भी ने, बाणी दे जाननारे भी ने, बाणी दे व्याख्याकार भी ने भाई बाबा बिधि चंद साहब जी। गुरु पातशाह महाराज सतगुरु जी ने भाई गुरदास जी दे हित जिहड़ा पाठ रखवाया, वो पाठ की सेवा जिहड़ी है वो बाबा बिधि चंद साहब जी की लाउना कीती है। 14वें दिन पूरन कीना। ये जिहड़ा सहज पाठ आरंभ होया ना बाणी का, इहदा भोग जिहड़ा 14वें दिन पाया गया। देखो ये जदों भी तुसीं प्रसंगां नूं पढ़दे हो, किधरे 13वीं का जिक्र आउंदा है, किधरे 10वीं का जिक्र आउंदा है, तो इत्थे 14वीं का जिक्र आया। कहण तो भाव कि गुरु घर दे विच कोई वहम भरम नूं थां नहीं है। जिहड़ा सनातन मत ये गल कहिंदा है कि 13वें दिन तक घर दे विच अशुद्धि रहिंदी है, असूतक रहिंदा है। वो 13वें दिन ते जा करके जिहड़ा है वो मनदे ने भी हुण इत्थों सूतक जिहड़ा चलिया गया। पर गुरु घर दे विच सूतक पातक नूं कोई थां नहीं। गुरु घर दे विच प्यारिओ जे साडे कोल समा है, असीं 7वें दिन भी भोग पाउने आ सहज पाठ दा। जे साडे कोल समा 10वें दिन भी पाउने आ, ते जे साडे कोल समा ते 14वें दिन 15वें दिन पाओ, ते जे समा ते महीने बाद भी तुसीं पा सकदे हो, साल बाद भी पा सकदे हो। ते जे असीं अपने प्यारे दे लई जे दुसहरा करदे आ ते 10वें दिन असीं जाके भोग पाउने। पर कोई किंतु इहदे विच कोई वहम भरम की गल नहीं है कि 10वीं ते भोग पावांगे ते तां जा करके कल्याण नहीं। एक साडे जीवन दे विच असीं समा वाचना है भी जिन्ना समा असीं गुरु की गोद विच बह करके बाणी पढ़ सकीए, बाणी सुन सकीए, अपने प्यारे दे लई अरदास विच जुड़ सकीए, गुरु गुरु जप सकीए, ये भावना के सहित जुड़ करके समा विचार लेना चाहिए। तो गुरु पातशाह महाराज जी ने जिहड़ा पाठ आरंभ करवाया, बाबा बिधि चंद साहब जी ने 14वें दिन जा करके दी संपूर्णता की है। कोशिश तकते अकाल सदीना। जदों भोग पाया गया तो बड़ी कीमती पोशाक, कीमती बातर बाबा बिधि चंद साहब नूं सतगुरु जी ने आप दिता। अकाल तख्त साहब ते भी सुंदर पोशाक जिहड़ी सी पावन ग्रंथ साहब जी नूं भेटा की। गुरु घर की मर्यादा सतगुरु जी ने आप शुरू की है। जो असी पावन बाणी का सत्कार सन्मान गुरु का करते हैं, तो फिर बाणी के पढ़न वालियां का भी सत्कार गुरु बाबे ने सानू सिखाया। कीमती पोशाक भेटा की है। पंचामृत बरताए बिसला। कड़ा प्रसादी देग वरतावना कीते। सिमरा सेवक को बकाला। उस समय सारे भाई गुरदास साहब गुरु घर के सेवक नूं याद करते हैं। केतक दिन बीते कै पाना। इस तरह कुछ दिन बतीत होए ने ते बाबा बुढ़ा साहब जी दे सुपुत्र बाबा भाना जी आज्ञा चैत ताम को जाना। गुरु पातशाह महाराज जी दे कोलों आज्ञा मंग रहे ने कि सतगुरु आज्ञा दिओ मैं कुछ समा नगर दे विच जा, जिथे भोग तो उपरंत गुरु की संगत गुरु के प्यारे भाई गुरदास साहब जी नूं याद कर रहे ने, गुरु गुरु जपदे ने, उन्हां दे महान जस वडियाइयां सांझियां करदे ने। उत्थे बाबा भाना साहब जी ने भी गुरु मालक के चरणों में बेनती की है नगर वाल जाण वास्ते। होर गुरु का परिवार रिश्तेदार संबंधी वो भी गुरु मालक को आग्ञा लै करके आपो अपने घरों जिवें परत रहे ने। अगला प्रसंग आने वाले समय दे विच होएगा। गुरु मालक कृपा करे, रहमत करे। ये जीवन के अंदर जिहड़ा जन्म ते मरण मालक दे हत्थ जिहड़ी डोर है, ये प्यारिओ मालक ने जिन्ना भी समा सानू जीवन दे करके दिता है, तो मालक की रजा दे विच चलदियां होइयां गुरु गुरु जपदे रहिए, मालक दे प्यार अंग विच जुड़े रहिए, ताकि जिहदे सदका साडा लोक ते परलोक सुहेला बन सके। आओ प्यार सहित सारे हाज़री लवाओ, कोई रसना वांझी ना रहे। वाहिगुरु 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 वाहिगुरु
ਵਾਹਿਗੁਰੂ 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 ਰਾਣਾ ਰਾਉ ਨ ਕੋ ਰਹੈ ਰੰਗ ਨ ਤੁੰਗ ਫਕੀਰ ਰਾਣਾ ਰਾਉ ਨ ਕੋ ਰਹਿ ਰੰਗ ਨ ਤੰਗ ਫਕੀਰ ਵਾਰੀ ਆਪੋ ਆਪਣੇ ਕੋਈ ਨ ਬੰਦੈ ਧੀਰ ਵਾਰੀ ਆਪੋ ਆਪਣੀ ਕੋਈ ਨ ਬੰਦਾ ਤੀਰ ਵਾਹਿਗੁਰੂ 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 ਹਰ ਕੇ ਸੇਵਕ ਜੋ ਹਰ ਪਾਏ 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 ਤਿਨ ਕੀ ਕਥਾ ਨਿਰਾਰੀ ਰੇ 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 ਆਵੇ ਨ ਜਾਹੇ ਨ ਕਬਹੂ ਮਰਤੇ ਆਵੇ ਨ ਜਾਹੇ ਨ ਕਬਹੂ ਮਰਤੇ ਆਵੇ ਨ ਜਾਹੇ ਨ ਕਬਹੂ ਮਰਤੈ ਆਵੈ ਨ ਜਾਵੈ ਨ ਕਬਹੂ ਮਰਤੈ ਪਾਰ ਬ੍ਰਹਮ ਸੰਗਾਰੀ ਰੇ ਪਾਰ ਬ੍ਰਹਮ ਸੰਗਾਰੀ ਰੇ ਪਾਰ ਬ੍ਰਹਮ ਸੰਗਾਰੀ ਰੇ ਪਾਰ ਬ੍ਰਹਮ ਸੰਗਾਰੀ ਰੇ ਤਿਨ ਕੀ ਕਥਾ ਨਿਰਾਰੀ 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 ਰੇ ਧੰਨ ਭਾਈ ਗੁਰਦਾਸ ਸਾਹਿਬ ਜੀ 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 ਵਾਹਿਗੁਰੂ 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 ਸਤਿਗੁਰੂ ਜੀ ਰਹਿਮਤ ਕਰ ਉਪਦੇਸ਼ ਸਾਡੇ ਹਿਰਦਿਆਂ ਤੇ ਵਸੇ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰ ਨਾਮਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।